ਵੀ ਜਿਹੜਾ ਮੇਰੇ ਅਕਾਊਂਟ ਦੇ ਵਿੱਚੋਂ 2400 ਰੁਪਇਆ 227 ਰੁਪਏ ਦੇ ਫਾਈਨ ਕਰਕੇ, ਠੀਕ ਹੈ, 2500 ਰੁਪਇਆ ਮੇਰੇ ਅਕਾਊਂਟ 'ਚੋਂ ਕੱਟਿਆ ਗਿਆ। ਵੀ ਉਹ ਕਿਉਂ ਕੱਟਿਆ ਗਿਆ? ਵੀ ਜੇ ਮੇਰੇ ਲਾਸਟ ਮੰਥ ਮੇਰੇ ਅਕਾਊਂਟ 'ਚ ਵਾਧੂ ਪੈਸੇ ਸੀਗੇ, ਤੁਸੀਂ ਉਦੋਂ ਹੀ 227 ਰੁਪਏ ਕੱਟਣੇ ਸੀ, ਪਹਿਲਾਂ ਵੀ ਕੱਟੇ ਜਾਂਦੇ ਆ ਮੇਰੇ ਨੌਨ ਮੇਨਟੇਨੈਂਸ ਦੇ, ਤੁਸੀਂ ਉਦੋਂ ਹੀ ਕੱਟ ਲੈਂਦੇ। ਜਿਹੜਾ ਇਹਨਾਂ ਦਾ ਸਰ ਕੈਸ਼ੀਅਰ ਸੀ ਜਗਮੀਤ, ਉਹ ਕਹਿ ਰਿਹਾ ਵੀ ਇਹ ਤਾਂ ਕਰਾਉਣੇ ਪੈਣੇ, ਨਹੀਂ ਤਾਂ ਸਾਡੇ ਲੜਕੇ ਕਹਿੰਦੇ ਲੈ ਲੈਣਗੇ। ਮੈਂ ਕਿਹਾ ਤੂੰ ਸਟੇਟਮੈਂਟ ਦੇ ਦੇ ਯਾਰ, ਮੈਂ ਭਰਨ ਨੂੰ ਤਿਆਰ ਹਾਂ, ਮੈਂ ਕਿਸ਼ਤ ਭਰਨ ਨੂੰ ਤਿਆਰ ਹਾਂ, ਮੈਂ ਚਾਰਜਿਸ ਨਹੀਂ ਭਰਨੇ, ਜਾਂ ਮੈਨੂੰ ਦੱਸ ਦੇ ਚਾਰਜਿਸ ਹੈ ਕਾਹਦੇ। ਕਹਿੰਦਾ ਬੈਕ ਐਂਡ ਬੰਦ ਆ। ਮੈਂ ਕਿਹਾ ਬੈਕ ਐਂਡ ਬੰਦ ਆ, ਕਿਸ਼ਤ ਲੈਣ ਵਾਰੀ ਆਉਣਾ ਬੈਕ ਐਂਡ। ਇੱਕ ਤਾਂ ਕਰੋਨਾ ਵਾਇਰਸ ਨੇ ਲੋਕਾਂ ਦੇ ਕੰਮਕਾਜ ਠੱਪ ਕਰ ਦਿੱਤੇ ਨੇ, ਲੋਕ ਪਹਿਲਾਂ ਹੀ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ। ਦੂਜੇ ਪਾਸੇ ਨਿੱਜੀ ਬੈਂਕਾਂ ਦੇ ਵੱਲੋਂ ਆਪਣੇ ਗ੍ਰਾਹਕਾਂ ਨੂੰ ਹੁਣ ਲੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰ ਖਾਸ ਹੈ ਕਿ ਰਿਜ਼ਰਵ ਬੈਂਕ ਆਫ ਇੰਡੀਆ ਦੇ ਵੱਲੋਂ ਇਹ ਗਾਈਡਲਾਈਨ ਜਾਰੀ ਕੀਤੀ ਗਈ ਹੈ ਕਿ ਗ੍ਰਾਹਕ ਦੀ ਮਰਜ਼ੀ ਦੇ ਨਾਲ ਬੈਂਕ 3 ਮਹੀਨਿਆਂ ਦੀ ਕਿਸ਼ਤਾਂ ਨੂੰ ਟਾਲ ਸਕਦੇ ਨੇ। ਪਰ ਇਸ ਦੇ ਬਾਵਜੂਦ ਵੀ ਕੁਝ ਨਿੱਜੀ ਬੈਂਕ ਨੇ ਜੋ ਕਿ ਗ੍ਰਾਹਕਾਂ ਦੇ ਖਾਤਿਆਂ ਦੇ ਵਿੱਚ ਨਜਾਇਜ਼ ਖਰਚੇ ਜੋੜ ਕੇ ਉਹਨਾਂ ਨੂੰ ਲੁੱਟ ਰਹੇ ਨੇ, ਉਹਨਾਂ ਨੂੰ ਪੀਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅੱਜ ਇਸੇ ਸੰਬੰਧ ਦੇ ਵਿੱਚ ਕੁਝ ਗ੍ਰਾਹਕਾਂ ਦੇ ਵੱਲੋਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਖੁਦ ਜਾਂਚ ਦੇ ਲਈ ਬੈਂਕ ਦੇ ਵਿੱਚ ਗਏ। ਉੱਥੇ ਜਾ ਕੇ ਉਹਨਾਂ ਨੇ ਬੈਂਕ ਕਰਮਚਾਰੀਆਂ ਨੂੰ ਹਿਦਾਇਤ ਦਿੱਤੀ ਕਿ ਜਿਹੜੇ ਵੀ ਗ੍ਰਾਹਕ ਦੇ ਖਾਤੇ ਦੇ ਵਿੱਚ ਗਲਤ ਖਰਚੇ ਪਾਏ ਗਏ ਨੇ, ਉਹਨਾਂ ਨੂੰ ਜਲਦ ਤੋਂ ਜਲਦ ਹਟਾ ਦਿੱਤਾ ਜਾਵੇ। ਕੀ ਨਾਮ ਸੀ ਤੁਹਾਡਾ? ਮੇਰਾ ਨਾਮ ਚਰਮਲ ਸਿੰਘ ਹੈ ਜੀ। ਬਈ ਕਿਸ ਤਰ੍ਹਾਂ ਦੀ ਸ਼ਿਕਾਇਤ ਤੁਸੀਂ ਜਿਹੜੀ ਦਰਜ ਕਰਾਈ ਸੀ ਬੈਂਕ ਦੇ ਖਿਲਾਫ? ਮੇਰੀ ਨਾ ਜੀ ਇਹ ਸੀਗਾ ਕਿ ਮੈਂ ਇੱਥੋਂ ਲੋਨ ਲਿਆ ਸੀਗਾ ਬਜਾਜ ਫਾਈਨਾਂਸ ਤੋਂ, ਫਰੀਦਕੋਟ ਤੋਂ, ਤੇ ਉਹਦੀ ਨਾ 1125 ਰੁਪਏ ਕਿਸ਼ਤ ਆਉਂਦੀ ਆ, ਤੇ ਉਹ ਮੇਰੀ ਵੀ 1 ਤਰੀਕ ਨੂੰ ਕੱਟੀ ਜਾਂਦੀ ਆ, ਤੇ ਮੇਰੇ ਅਕਾਊਂਟ ਦੇ ਵਿੱਚ ਵੀ ਬੈਲੈਂਸ ਸੀਗਾ ਪੂਰਾ, ਤੇ ਮੇਰੇ ਬੈਂਕ ਦੇ ਵਿੱਚੋਂ ਕੱਟ ਹੋਏ, ਫਿਰ ਜਮ੍ਹਾਂ ਹੋ ਗਏ। ਉਹ 4 ਵਾਰ ਇੱਦਾਂ ਹੀ ਕੱਟ ਹੋਇਆ ਵੀ ਪਹਿਲਾਂ ਕੱਟੇ ਗਏ, ਫਿਰ ਜਮ੍ਹਾਂ ਹੋ ਗਏ, ਫਿਰ ਕੱਟੇ ਗਏ, ਫਿਰ ਜਮ੍ਹਾਂ ਹੋ ਗਏ। ਵੀ ਉਹ ਜਾਣੀ ਕਿ ਉਹ ਮੈਂ ਨਹੀਂ ਕੀਤਾ, ਉਹ ਬੈਂਕ ਵੱਲੋਂ ਹੀ ਕੀਤਾ ਗਿਆ, ਤੇ ਜਾਂ ਫਿਰ ਬਜਾਜ ਵਾਲਿਆਂ ਨੂੰ ਪਤਾ ਹੋਊਗਾ। ਉਹਦੇ 'ਚ ਕੀ ਸੀਗਾ ਵੀ ਮੈਨੂੰ 590 ਰੁਪਏ ਚਾਰਜਿਸ ਪਏ ਆ ਬੈਂਕ ਵੱਲੋਂ, ਠੀਕ ਆ, ਉਹ 4 ਵਾਰਾਂ ਪਏ ਆ। ਤੇ ਉਧਰੋਂ ਕੀ ਸੀਗਾ ਵੀ ਬਜਾਜ ਵਾਲਿਆਂ ਨੇ ਵੀ ਮੈਨੂੰ ਚਾਰਜਿਸ ਪਾਏ ਆ, ਠੀਕ ਆ, ਵੀ ਜਿਹੜਾ ਵੀ ਮੇਰੀ ਕਿਸ਼ਤ ਨਹੀਂ ਕੱਟੀ ਗਈ। ਜਦੋਂ ਮੇਰੇ ਅਕਾਊਂਟ ਦੇ ਵਿੱਚ ਬੈਲੈਂਸ ਹੈ, ਹਾਂਜੀ HDFC, ਤੇ HDFC ਦੇ ਵਿੱਚ ਮੈਂ ਆਇਆ ਸੀ ਅੱਜ। ਇਹਨਾਂ ਨੇ ਤਾਂ ਵੀ ਪੂਰੀ ਜੋ ਇਹ ਕਰ ਸਕਦੇ ਸੀ ਉਹਨਾਂ ਨੇ ਮੇਰੀ ਹੈਲਪ ਕੀਤੀ ਆ, ਵੀ ਉਹਨਾਂ ਨੇ ਕੰਪਲੇਂਟ ਵੀ ਪਾਈ ਆ ਕਿ ਜਿਹੜੇ ਮੇਰੇ ਪੈਸੇ ਕੱਟੇ ਗਏ ਆ ਉਹ ਵੀ ਰਿਫੰਡ ਕੀਤੇ ਜਾਣ। ਪਰ ਹੁਣ ਮੈਨੂੰ ਇਹ ਨਹੀਂ ਪਤਾ ਵੀ ਰਿਫੰਡ ਹੋਣਗੇ ਜਾਂ ਨਹੀਂ ਹੋਣਗੇ। ਵੀ ਜਿਹੜਾ ਮੇਰੇ ਅਕਾਊਂਟ ਦੇ ਵਿੱਚੋਂ 2400 ਰੁਪਇਆ 227 ਰੁਪਏ ਦੇ ਫਾਈਨ ਕਰਕੇ, ਠੀਕ ਹੈ, 2500 ਰੁਪਇਆ ਮੇਰੇ ਅਕਾਊਂਟ 'ਚੋਂ ਕੱਟਿਆ ਗਿਆ। ਵੀ ਉਹ ਕਿਉਂ ਕੱਟਿਆ ਗਿਆ? ਵੀ ਜੇ ਮੇਰੇ ਲਾਸਟ ਮੰਥ ਮੇਰੇ ਅਕਾਊਂਟ 'ਚ ਵਾਧੂ ਪੈਸੇ ਸੀਗੇ, ਤੁਸੀਂ ਉਦੋਂ ਹੀ 227 ਰੁਪਏ ਕੱਟਣੇ ਸੀ, ਪਹਿਲਾਂ ਵੀ ਕੱਟੇ ਜਾਂਦੇ ਆ ਮੇਰੇ ਨੌਨ ਮੇਨਟੇਨੈਂਸ ਦੇ, ਤੁਸੀਂ ਉਦੋਂ ਹੀ ਕੱਟ ਲੈਂਦੇ। ਵੀ ਉਹਦੇ 'ਚ RBI ਦੀ ਗਾਈਡਲਾਈਨ ਸੀ ਕਿ ਕਿਸ਼ਤ ਜੇ ਤੁਸੀਂ ਲੇਟ ਕਰਨਾ ਚਾਹੁੰਦੇ ਹੋ ਕਿਉਂਕਿ ਕਰੋਨਾ ਵਾਇਰਸ ਕਰਕੇ, ਤੁਸੀਂ ਉਹ ਕਰਵਾਈ, ਲੇਟ ਕਰਵਾਈ ਸੀ ਜਾਂ ਨਹੀਂ ਲੇਟ ਨਹੀਂ ਕਰਵਾਈ ਸੀ। ਮੇਰੀ ਜਿਹੜੀ ਕੱਟੀ ਜਾਂਦੀ, ਕਿਉਂਕਿ ਮੇਰੇ ਅਕਾਊਂਟ 'ਚ ਪਹਿਲੇ ਪੈਸੇ ਸੀਗੇ, ਜੇ ਤਾਂ ਨਾ ਹੁੰਦੇ ਤਾਂ ਫਿਰ ਮੈਂ ਉਹਨੂੰ ਕਰਾਉਂਦਾ ਲੇਟ। ਵੀ ਮੇਰੇ ਅਕਾਊਂਟ 'ਚ ਪੈਸੇ ਸੀ, ਫਿਰ ਮੈਂ ਲੇਟ ਕਿਉਂ ਕਰਵਾਉਂਦਾ? ਵੀ ਮੈਂ ਨਹੀਂ ਸੀ ਲੇਟ ਕਰਵਾਈ। ਹਾਂਜੀ, ਉਸ ਦੇ ਬਾਵਜੂਦ ਵੀ ਚਾਰਜਿਸ ਪਿਆ। ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ ਉੱਥੇ ਵੀ, ਉਹ ਕਹਿੰਦੇ ਵੀ ਅਸੀਂ ਨਹੀਂ ਇਹਦੇ ਇਵੇਂ ਦੇ ਕੋਈ ਵੀ ਚਾਰਜਿਸ ਪਾਏ, ਠੀਕ ਹੈ, ਇਹ ਬੈਂਕ ਵੱਲੋਂ ਪਾਏ ਗਏ ਆ, ਬੈਂਕ ਨੇ ਕਿਹਾ ਕਿ ਉਹਨਾਂ ਨੇ ਪਾਏ ਹੈਗੇ ਆ। ਵੀ ਉਹ ਮੈਂ ਤਾਂ ਵੀ ਮੇਰੇ ਪੈਸੇ ਕੱਟੇ ਗਏ ਆ, ਮੈਂ ਤਾਂ ਉਸ 'ਚ ਉਲਝਿਆ ਹੋਇਆ। ਹਾਂਜੀ ਨਹੀਂ ਕਲੀਅਰ ਨਹੀਂ ਹੋ ਰਿਹਾ ਭਾਜੀ। 200 ਕੀ ਨਾਮ ਹੈ? ਸੁਖਪ੍ਰੀਤ ਸਿੰਘ ਜੀ ਮੇਰਾ ਨਾਮ। ਕੀ ਕੰਪਲੇਂਟ ਹੈ ਤੁਹਾਡੀ? ਸਰ ਮੇਰੀ ਕੰਪਲੇਂਟ ਆ ਬਜਾਜ ਫਾਈਨਾਂਸ ਦੇ ਰਿਲੇਟਡ ਆ ਸਰ। ਪਿਛਲੇ ਮਹੀਨੇ ਸਰ ਮੈਨੂੰ 600 ਰੁਪਏ ਚਾਰਜਿਸ ਪਾਏ ਗਏ ਲੋਕਡਾਊਨ ਦੇ ਦੌਰਾਨ। ਚਲੋ ਇੰਸਟਾਲਮੈਂਟ ਕਿਸ਼ਤ ਬੈਂਕ ਦੇ ਵਿੱਚ ਨਹੀਂ ਜਮ੍ਹਾਂ ਹੋਈ, ਔਰ ਮੈਂ ਇਹਨਾਂ ਕੋਲ ਆਇਆ ਸਰ, ਮੈਂ 2341 ਰੁਪਏ ਜਮ੍ਹਾਂ ਕਰਵਾਤੇ। ਮੈਂ ਪੁੱਛਿਆ ਸਰ 600 ਰੁਪਏ ਚਾਰਜਿਸ, ਉਹ ਕਹਿ ਰਹੇ ਕੋਈ ਨਹੀਂ, ਤੁਸੀਂ 2341 ਰੁਪਏ ਜਮ੍ਹਾਂ ਕਰਵਾ ਦਿਓ। ਹੁਣ ਜਦੋਂ ਮੈਂ ਦੁਬਾਰਾ ਕਿਸ਼ਤ ਜਮ੍ਹਾਂ ਕਰਵਾਉਣ ਆਇਆ ਇਸ ਮਹੀਨੇ ਦੀ 2 ਤਰੀਕ ਦੀ 2341 ਰੁਪਏ, ਕਹਿੰਦੇ ਪਿਛਲੇ 600 ਰੁਪਏ ਚਾਰਜਿਸ ਵੀ ਤੁਹਾਨੂੰ ਭਰਨੇ ਪੈਣਗੇ। ਮੈਂ ਕਿਹਾ ਸਰ ਮੈਨੂੰ ਕੋਈ ਸਟੇਟਮੈਂਟ ਦੇ ਦਿਓ। ਕਹਿੰਦੇ ਸਟੇਟਮੈਂਟ ਨਹੀਂ ਮਿਲੇਗੀ। ਮੈਂ ਕਿਹਾ ਫਿਰ ਮੈਂ ਇੰਸਟਾਲਮੈਂਟ ਨਹੀਂ ਇਸ ਤਰ੍ਹਾਂ ਭਰਦਾ, ਮੈਨੂੰ ਦੱਸੋ ਮੇਰੇ ਪੈਸੇ ਤਾਂ ਖੜੇ ਰਹਿਣਗੇ। ਫਿਰ ਮੈਂ ਬੈਂਕ 'ਚ ਮੰਨ ਲਓ 2500 ਰੁਪਏ ਜਮ੍ਹਾਂ ਕਰਾਤੇ, ਉਹ ਫਿਰ ਮੇਰੀ ਫਿਰ ਬਾਉਂਸਿੰਗ ਹੋ ਜਾਣੀ, ਉੱਥੇ 3100 ਮੰਗਣੇ ਆ ਬੈਂਕ ਨੇ। ਫਿਰ ਕਹਿ ਰਹੇ ਜਿਹੜਾ ਇਹਨਾਂ ਦਾ ਸਰ ਕੈਸ਼ੀਅਰ ਸੀ ਜਗਮੀਤ, ਉਹ ਕਹਿ ਰਿਹਾ ਵੀ ਇਹ ਤਾਂ ਕਰਾਉਣੇ ਪੈਣੇ, ਨਹੀਂ ਤਾਂ ਸਾਡੇ ਲੜਕੇ ਕਹਿੰਦੇ ਲੈ ਲੈਣਗੇ। ਮੈਂ ਕਿਹਾ ਤੂੰ ਸਟੇਟਮੈਂਟ ਦੇ ਦੇ ਯਾਰ, ਮੈਂ ਭਰਨ ਨੂੰ ਤਿਆਰ ਹਾਂ, ਮੈਂ ਕਿਸ਼ਤ ਭਰਨ ਨੂੰ ਤਿਆਰ ਹਾਂ, ਮੈਂ ਚਾਰਜਿਸ ਨਹੀਂ ਭਰਨੇ, ਜਾਂ ਮੈਨੂੰ ਦੱਸ ਦੇ ਚਾਰਜਿਸ ਹੈ ਕਾਹਦੇ। ਕਹਿੰਦਾ ਬੈਕ ਐਂਡ ਬੰਦ ਆ। ਮੈਂ ਕਿਹਾ ਬੈਕ ਐਂਡ ਬੰਦ ਆ, ਕਿਸ਼ਤ ਲੈਣ ਵਾਰੀ ਆਉਣਾ ਬੈਕ ਐਂਡ, ਔਰ ਜਦੋਂ ਚਾਰਜਿਸ ਪੈਣੇ ਉਦੋਂ ਬੰਦ ਆ। ਮੈਂ ਕਿਹਾ ਇਹਨੂੰ ਕਲੀਅਰ ਕਰਕੇ ਦੱਸ, ਮੈਂ ਕਿਸ਼ਤ ਤਾਂ ਭਰੂੰਗਾ। ਫਿਰ ਸਰ ਉਸ ਤੋਂ ਬਾਅਦ ਸਰ ਮੈਂ ਡੀ ਸਾਹਿਬ ਨੂੰ ਗੱਲ ਕੀਤੀ, ਫੋਨ ਲਾਇਆ ਸਰ, ਉਸ ਤੋਂ ਬਾਅਦ ਪਤਾ ਨਹੀਂ ਲੋਕ ਲਾ ਕੇ ਚਲੇ ਗਏ ਜਾਂ ਕਿਸ ਤਰ੍ਹਾਂ, ਉਸ ਤੋਂ ਬਾਅਦ ਨਹੀਂ ਸਰ ਮੈਨੂੰ ਪਤਾ ਨਹੀਂ ਚੱਲਿਆ ਜੀ। ਦੂਸਰੇ ਪਾਸੇ ਜਦ ਇਸ ਸੰਬੰਧ ਦੇ ਵਿੱਚ ਲੋਨ ਦੇਣ ਵਾਲੀ ਬ੍ਰਾਂਚ ਦੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਆਪਣੀ ਬ੍ਰਾਂਚ ਬੰਦ ਕਰ ਦਿੱਤੀ। ਉਧਰ ਹੀ ਬੈਂਕ ਕਰਮਚਾਰੀਆਂ ਨੇ ਵੀ ਇਸ ਮਾਮਲੇ ਦੇ ਉੱਤੇ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰ ਦਿੱਤਾ। ये प्राइवेट बैंक को लेकर के शिकायतें दर्ज हुई थी। एक तो बजाज फिनांस की है शायद, वो बजाज वालों का कोई एक प्राइवेट है, वो बाउंसिंग चार्जेस वगैरह काट रहे हैं। मैंने अभी लीड बैंक मैनेजर से बात किया था तो लीड बैंक मैनेजर ने बताया कि वो इस तरीके का नहीं कर सकते हैं, बट वी विल नॉट, हम इमीडिएटली उसके ऊपर नहीं जाएंगे कि वी विल होल्ड ए इंक्वायरी
और एचडीएफसी में भी इन्होंने चार्जेस काटे हैं बजाय इसके कि उसके अकाउंट में पैसा था। कौन से बाउंसिंग चार्जेस काट लिए या चेक बाउंस के चार्ज काट लिए। तो वी विल होल्ड ए इंक्वायरी। प्राइमा फेसाई हमारे जो लीड बैंक मैनेजर हैं वो ये कह रहे हैं कि नहीं, इसमें कस्टमर की कोई गलती नहीं है, बट इवन देन वी विल गो। और अगर इन्होंने कुछ किया होगा, इट समथिंग भी लाइक अगर कोई फ्रॉड या इस तरीके की चीज़ किया होगा, किसी को धोखा देने की कोशिश की होगी, तो जो रिस्पॉन्सिबल आदमी है उसके अगेंस्ट में वी विल इंश्योर दिस थिंग दैट कि वी टेक ए वेरी स्ट्रिक्ट एक्शन। सर, लॉकडाउन को लेकर आरबीआई की तरफ से कुछ रिलैक्सेशन दी गई थी किसका? यस देयर वर सर्टेन रिलैक्सेशंस। हमको यही देखना है कि क्या उन रिलैक्सेशंस को लेटर एंड स्पिरिट में फॉलो किया गया है कि नहीं। अगर वो फॉलो नहीं किया गया है तो दिस इज़ अ ऑफेंस, और अगर ये ऑफेंस होता है तो हम आरबीआई को भी इन्फॉर्म करेंगे, और प्लस जो यहाँ पे हमारा इंडियन पीनल कोड के हिसाब से जो कार्रवाई बनती है लीगल ओपिनियन लेने के बाद वो करेंगे। ਵੈਸ਼ਵਿਕ ਮਹਾਮਾਰੀ ਦੇ ਚਲਦੇ ਪਹਿਲਾਂ ਹੀ ਕੰਮਕਾਜ ਠੱਪ ਪਏ ਹੋਏ ਨੇ। ਉੱਤੋਂ ਦੀ ਬੈਂਕਾਂ ਦਾ ਅਜਿਹਾ ਵਤੀਰਾ ਲੋਕਾਂ ਨੂੰ ਹੋਰ ਵੀ ਮੁਸੀਬਤਾਂ ਦੇ ਵਿੱਚ ਪਾ ਰਿਹਾ ਹੈ। ਬੇਸ਼ੱਕ ਸਰਕਾਰ ਦੇ ਵੱਲੋਂ ਰਿਆਇਤ ਦਿੰਦੇ ਹੋਏ ਲੋਕਾਂ ਨੂੰ ਕੰਮਕਾਜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ, ਪਰ ਜ਼ਿੰਦਗੀ ਦੀ ਰੇਲ ਗੱਡੀ ਨੂੰ ਪਟਰੀ ਤੇ ਲਿਆਉਣ ਦੇ ਲਈ ਸਮਾਂ ਲੱਗੇਗਾ। ਫਰੀਦਕੋਟ ਤੋਂ ਜਗਤਾਰ ਦੋਸਾਂਝ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।